संगत जीओ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਬੇਬੇ ਨਾਨਕੀ ਜੀ ਦੇ ਘਰ ਵਿੱਚ ਪਹੁੰਚੇ ਹਾਂ। ਤਾਂ ਆਓ ਤੁਹਾਨੂੰ ਇਸ ਘਰ ਦਾ ਇਤਿਹਾਸ ਤੋਂ ਜਾਣੂ ਕਰਾਉਂਦੇ ਹਾਂ। ਗੁਰਦੁਆਰਾ ਬੇਬੇ ਨਾਨਕੀ ਜੀ ਪੁਰਾਤਨ ਇਤਿਹਾਸਕ ਘਰ ਬੇਬੇ ਜੀ। ਇਹ ਸਥਾਨ ਬੇਬੇ ਜੀ ਦਾ ਘਰ ਹੈ। ਇੱਥੇ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਕੀਤੀ ਸੀ। ਇੱਥੇ ਹੀ ਗੁਰੂ ਜੀ ਨੂੰ ਫੁਲਕਾ ਤਿਆਰ ਕਰਕੇ ਯਾਦ ਕੀਤਾ ਸੀ ਅਤੇ ਗੁਰੂ ਜੀ ਨੇ ਉਸੇ ਵਕਤ ਆਣ ਕੇ ਬੇਬੇ ਜੀ ਨੂੰ ਦਰਸ਼ਨ ਦਿੱਤੇ ਤੇ ਫੁਲਕਾ ਛਕਿਆ। ਇੱਥੋਂ ਹੀ ਗੁਰੂ ਜੀ ਮੋਦੀਖਾਨੇ ਹੱਟ ਸਾਹਿਬ ਜਾਂਦੇ ਸਨ ਅਤੇ 13 ਤੋਲਦੇ ਸਨ। ਇੱਥੋਂ ਹੀ ਗੁਰੂ ਜੀ ਵੇਈ ਨਦੀ ਦੇ ਕੰਢੇ ਤੇ ਇਸ਼ਨਾਨ ਕਰਨ ਜਾਂਦੇ ਸਨ ਤੇ ਬੈਠ ਕੇ ਤਪ ਕਰਦੇ ਸਨ। ਅੱਜ ਉੱਥੇ ਗੁਰਦੁਆਰਾ ਬੇਰ ਸਾਹਿਬ ਮੌਜੂਦ ਹੈ ਜਿਹਦੇ ਅਸੀਂ ਤੁਹਾਨੂੰ ਪਹਿਲਾਂ ਦਰਸ਼ਨ ਕਰਵਾ ਚੁੱਕੇ ਹਾਂ। ਤੇ ਇੱਕ ਹੋਰ ਬਹੁਤ ਹੀ ਉੱਲੀ ਤੇ ਵਿਲੱਖਣ ਗੱਲ ਤੁਹਾਨੂੰ ਦੱਸਣ ਜਾ ਰਹੇ ਹਾਂ। ਜੋ ਇਹ ਦਰਖਤ ਹੈ ਪੁਰਾਤਨ, ਇਹ ਮੰਨਿਆ ਜਾਂਦਾ ਹੈ ਕਿ ਇਹ ਵੀ ਦਰਖਤ ਬੇਬੇ ਨਾਨਕੀ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਮੌਜੂਦ ਹੈ। ਅਸੀਂ ਉਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਤੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਬੇਬੇ ਨਾਨਕੀ ਜੀ ਦਾ ਜੋ ਪੁਰਾਤਨ ਘਰ ਹੈ ਉਸ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਸੰਭਾਲ ਕੇ ਕਾਰ ਸੇਵਾ ਵਾਲਿਆਂ ਨੇ ਰੱਖਿਆ ਹੈ। ਰੂਹ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਘਰ ਦੇ ਦਰਸ਼ਨ ਕਰਕੇ। ਆਓ ਤੁਹਾਨੂੰ ਇਸ ਸੁਭਾਗੇ ਘਰ ਦੇ ਦਰਸ਼ਨ ਕਰਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਸੀ ਬੇਬੇ ਨਾਨਕੀ ਜੀ ਦੇ ਗ੍ਰਹਿ ਦੇ ਘਰ ਦੇ। ਤੇ ਇੱਥੇ ਸਾਡੇ ਨਾਲ ਬਾਬਾ ਕਰਮ ਸਿੰਘ ਜੀ ਜੋ ਇੱਥੇ ਸੇਵਾ ਦੀ ਨਿਭਾ ਰਹੇ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੁਝ ਜਾਣਨ ਦੀ ਇਤਿਹਾਸ ਦੀ ਹੋਰ ਜਾਣਨ ਦੀ ਇੱਛਾ ਸਾਡੇ 'ਚ ਹੈ ਮਨ 'ਚ। ਅਸੀਂ ਹੋਰ ਇੱਛਾ ਜੋ ਹੈ ਸੰਗਤਾਂ ਤੱਕ ਪਹੁੰਚਾਈਏ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਕੁਝ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਸੰਗਤਾਂ ਆਉਂਦੀਆਂ, ਕਿਉਂਕਿ ਸਾਨੂੰ ਖੁਦ ਆ ਕੇ ਇੱਥੇ ਆਪਣਾਪਨ ਮਹਿਸੂਸ ਹੋਇਆ, ਸਾਡਾ ਆਪਣਾ ਘਰ ਹੈ ਨਾ। ਤੇ ਸੰਗਤਾਂ ਜੋ ਆਉਂਦੀਆਂ, ਕਿੰਨੀਆਂ ਕੁ ਸੰਗਤਾਂ ਆਉਂਦੀਆਂ, ਕਿਵੇਂ ਮਹਿਸੂਸ ਕਰ ਰਹੇ ਆ ਤੁਸੀਂ ਆਪਣੇ ਵੀ? ਤੁਸੀਂ ਇਸ ਇੰਨੇ ਤੁਸੀਂ ਭਾਗਾਂ ਵਾਲੇ ਹੋ ਕਿ ਤੁਹਾਨੂੰ ਇੱਥੇ ਸੇਵਾ ਦਾ ਮੌਕਾ ਮਿਲਿਆ, ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਜੀ? ਇਹ ਗੱਲ ਬਹੁਤ ਖੁਸ਼ੀ ਦੀ ਆ ਜਿਹੜੀ ਇੱਥੇ ਬੀਬੀ ਨਾਨਕੀ ਦਾ ਘਰ ਆ। ਥੋੜ੍ਹਾ ਚਿਰ ਤੋਂ ਹੋਇਆ ਬਣਾਏ ਨੂੰ ਤੇ ਅੱਗੇ ਨਹੀਂ ਸੀਗਾ। ਹੁਣ ਸੰਗਤ ਅੱਗੇ ਤਾਂ ਬਹੁਤ ਥੋੜ੍ਹੀ ਆਉਂਦੀ ਸੀ, ਹੁਣ ਤਾਂ ਸੰਗਤ ਇੱਦਾਂ ਆਉਂਦੀ ਉੱਥੇ ਪ੍ਰਸ਼ਾਦ ਦੇਣ ਨੂੰ ਵੀ ਟਾਈਮ ਨਹੀਂ ਮਿਲਦਾ। 2-3 ਬੰਦੇ ਖੜੇ ਆ, ਇੱਕ ਬੰਦੇ ਨਗਾਉਂਦਾ ਤੇ ਇੱਕ ਪ੍ਰਸ਼ਾਦ ਦਿੰਦਾ, ਇੱਕ ਪੈਸੇ ਕਰਦਾ। ਤੇ ਹੋਰ ਇਹਦੇ 'ਚ ਬਹੁਤ ਖੁਸ਼ੀ ਆ। ਬੀਬੀ ਨਾਨਕੀ ਇੱਥੇ ਘਰ ਲਿਆਈ ਸੀ, ਇੱਥੋਂ ਹੀ ਬਾਬੇ ਨਾਨਕ ਦਾ ਸ਼ਾਦੀ ਕੀਤੀ ਆ ਕੇ। ਇੱਥੇ ਬਾਬੇ ਨਾਨਕ ਦੀ ਇਸ ਘਰੋਂ ਜੰਨ ਚੜ੍ਹੀ ਆ ਤੇ ਇੱਥੇ ਫਿਰ ਬਾਬਾ ਨਾਨਕ ਬਾਹਲਾ ਚਿਰ ਸੁਲਤਾਨਪੁਰ ਵਿੱਚ ਹੀ ਰਹੇ ਆ। 14 ਸਾਲ 9 ਮਹੀਨੇ 13 ਦਿਨ ਰਹੇ ਇੱਥੇ। ਫਿਰ ਇੱਥੇ ਬਾਬੇ ਨਾਨਕ ਨੂੰ ਜਦੋਂ ਵਿਆਹ ਲਿਆ ਸੀ ਤੱਦ ਕਰਤਾ ਸੀ। ਗਾਂ ਗੁਰੂ ਕਾ ਬਾਗ ਆ, ਉੱਥੇ ਦੇ ਸ੍ਰੀ ਚੰਦ ਦੇ ਤੇ ਲਖਮੀ ਦਾਸ ਦੇ ਜਨਮ। ਇੱਥੋਂ ਹੀ ਦਾਸੀਆਂ 'ਤੇ ਤੁਰਿਆ। ਜਦੋਂ ਦਾਸੀਆਂ 'ਤੇ ਤੁਰੇ ਉਦੋਂ ਬੀਬੀ ਨਾਨਕੀ ਨੇ ਕਿਹਾ ਸੀ ਵੀਰਿਆ ਕਦੋਂ ਕੋਲ ਮਿਲੇਗਾ? ਤੇ ਉਹਨਾਂ ਆ ਕੇ ਮਿਲਣ ਦੀ ਬਜਾਏ ਜਦੋਂ ਫੁਲਕੇ ਪਕਾਏ ਬੀਬੀ ਨਾਨਕੀ ਨੇ ਜੀ ਫੁਲਕਾ ਫੁੱਲਾ ਤੇ ਵੀਰਾ ਆ ਕੇ ਹੁਣ ਹੋਵੇ ਤਾਂ ਖਾਵੇ ਆ ਕੇ। ਉਹਨਾਂ ਆ ਕੇ ਉਸੇ ਵੇਲੇ ਬੂਹਾ ਖੜਕਾਤਾ ਤਾਂ ਫੁਲਕਾ ਹੁੰਦੇ ਉਸ ਵੇਲੇ ਉਹ ਬਗਦਾਦ 'ਚ ਸੀ। ਜਾਣੀ ਜਾਣ ਸੀ, ਮਰਦਾਨਾ ਵੀ ਨਾਲ ਸੀ, ਬਾਲਾ ਵੀ ਨਾਲ ਸੀ। ਬਾਲੇ ਨੂੰ ਵੀ ਭੈਣ ਹੀ ਕਹਿੰਦੀ, ਬਾਲੇ ਨੂੰ ਵੀ ਭੈਣ ਹੀ ਕਹਿੰਦੀ ਸੀ। ਬਾਲੇ ਨੂੰ ਪੁੱਛਿਆ ਵੀ ਕਿੰਨੀ ਕੁ ਦੂਰ ਸੀਗੇ? ਉਹ ਕਹਿੰਦਾ ਭੈਣ ਦੂਰ ਦਾ ਤਾਂ ਪਤਾ ਨਹੀਂ ਕਿੰਨੇ ਕੁ ਸੀਗੇ, ਪਰ ਸਾਨੂੰ ਕਿ ਅੱਖਾਂ ਮੀਟੋ, ਅੱਖਾਂ ਖੋਲ੍ਹ ਲਓ। ਅਤੇ ਅਸੀਂ ਇੱਥੇ ਖੜ੍ਹੇ ਹੋ ਗਏ ਆ, ਸਾਨੂੰ ਇੰਨਾ ਹੀ ਪਤਾ ਲੱਗਾ, ਇੰਨਾ ਚਿਰ ਲੱਗਾ। ਅਤੇ ਵਾਹਿਗੁਰੂ ਜੀ ਕਾ ਖਾਲਸਾ। ਸਾਨੂੰ ਬਹੁਤ ਹੀ ਸੰਪੇਖ ਰੂਪ ਵਿੱਚ ਇਹਨਾਂ ਨੇ ਇਤਿਹਾਸ ਤੋਂ ਜਾਣੂ ਕਰਵਾਇਆ। ਅਸੀਂ ਬਹੁਤ ਧੰਨਵਾਦੀ ਹਾਂ ਇਹਨਾਂ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਵੇਲੇ ਅਸੀਂ ਬੇਬੇ ਨਾਨਕੀ ਜੀ ਦੇ ਘਰ ਦੇ ਅੰਦਰ ਮੌਜੂਦ ਹਾਂ ਤੇ ਅਸੀਂ ਉਹ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ। ਬੇਬੇ ਨਾਨਕੀ ਜੀ ਦਾ ਉਹ ਘਰ ਜਿੱਥੇ ਉਹ ਆਪਣੇ ਪਤੀ ਪਰਮੇਸ਼ਵਰ ਭਾਈ ਸਾਹਿਬ ਭਾਈ ਜੈ ਰਾਮ ਜੀ ਦੇ ਨਾਲ ਜੀਵਨ ਬਤੀਤ ਕਰਦੇ ਸਨ। ਬਹੁਤ ਹੀ ਸਾਡੇ ਲਈ ਮਾਣ ਦੀ ਗੱਲ ਹੈ ਕਿ ਇਹ ਉਸ ਤਰ੍ਹਾਂ ਹੀ ਸੰਭਾਲ ਕੇ ਅੱਜ ਵੀ ਕਾਰ ਸੇਵਾ ਵਾਲਿਆਂ ਨੇ ਰੱਖਿਆ ਹੈ ਤੇ ਰੂਹ ਖੁਸ਼ ਹੁੰਦੀ ਹੈ ਬਾਬੇ ਨਾਨਕ ਦੀ ਭੈਣ ਸਾਡੀ ਬੇਬੇ ਨਾਨਕੀ ਜੀ ਦਾ ਘਰ ਵੇਖ ਕੇ। ਤੇ ਤੁਹਾਨੂੰ ਅਸੀਂ ਇੱਥੇ ਖੂਹ ਦੇ ਦਰਸ਼ਨ ਕਰਾਉਂਦੇ ਹਾਂ। ਉਹ ਖੂਹ ਜੋ ਕਿ ਗੁਰੂ ਨਾਨਕ ਦੇਵ ਜੀ ਤੇ ਬੇਬੇ ਨਾਨਕੀ ਜੀ ਦੇ ਖੁਦ ਵਰਤਦੇ ਹੁੰਦੇ ਸਨ ਤੇ ਅੱਜ ਵੀ ਸੰਗਤਾਂ ਇਸ ਖੂਹ ਦੇ ਵਿੱਚੋਂ ਜਲ ਛਕ ਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੀਆਂ ਹਨ ਤੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ।
ਤੁਸੀਂ ਦੇਖ ਸਕਦੇ ਹੋ ਇਹ ਪੁਰਾਤਨ ਖੂਹ ਹੈ ਜਿਸ ਦੀ ਵਰਤੋਂ ਬੇਬੇ ਨਾਨਕੀ ਜੀ ਕਰਦੇ ਸਨ ਘਰੇਲੂ ਕੰਮਕਾਜ ਦੇ ਲਈ ਤੇ ਅੱਜ ਵੀ ਇਸ ਦੇ ਵਿੱਚੋਂ ਜਲ ਪ੍ਰਾਪਤ ਹੁੰਦਾ ਹੈ ਤੇ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਅੰਮ੍ਰਿਤਮਈ ਜਲ ਛਕ ਰਹੀਆਂ ਹਨ ਤੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ। ਸਾਰੀ ਸਾਧ ਸੰਗਤ ਜੀਓ, ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਸੀ ਬੇਬੇ ਨਾਨਕ ਜੀ ਦੇ ਘਰ ਦੇ ਤੇ ਅਸੀਂ ਸੰਗਤਾਂ ਤੋਂ ਵੀ ਪੁੱਛਣਾ ਚਾਹੁੰਦੇ ਹਾਂ ਇੱਥੇ ਆ ਕੇ ਉਹ ਆਪਣਾਪਣ ਮਹਿਸੂਸ ਕਿਵੇਂ ਕਰ ਰਹੇ ਆ, ਉਹਨਾਂ ਦੀਆਂ ਜੋ ਭਾਵਨਾਵਾਂ ਉਹ ਕਿਵੇਂ ਮਹਿਸੂਸ ਕਰ ਰਹੇ ਨੇ, ਕਿੰਨੀ ਕੁ ਖੁਸ਼ੀ ਮਹਿਸੂਸ ਕਰ ਰਹੇ ਨੇ। ਸਾਡੇ ਨਾਲ ਇਸ ਵਕਤ ਜੁੜੇ ਨੇ ਭਾਈ ਸਾਹਿਬ ਜਸਵੀਰ ਸਿੰਘ ਜੀ ਜੋ ਕਿ ਗੁਰਦਾਸਪੁਰ ਤੋਂ ਇੱਥੇ ਦਰਸ਼ਨ ਕਰਨ ਆਏ ਹਨ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਜੋ ਤੁਹਾਡੀਆਂ, ਕਿਉਂਕਿ ਹਰ ਇੱਕ ਸਿੱਖ ਦਾ ਜੋ ਦਿਲੀ ਸ਼ਰਧਾ ਪਿਆਰ ਆਪਣੇ ਧਰਮ ਨਾਲ, ਹਰ ਇੱਕ ਇਨਸਾਨ ਦਾ ਆਪਣੇ ਆਪਣੇ ਧਰਮ ਨਾਲ ਹੁੰਦਾ ਹੈ ਤੇ ਇੱਥੇ ਸਾਡੇ ਬਾਬਾ ਨਾਨਕ ਸਾਹਿਬ ਸ੍ਰੀ ਗੁਰੂ ਬਾਬਾ ਨਾਨਕ ਮਹਾਰਾਜ ਜੀ ਨੇ 14 ਸਾਲ ਤੋਂ 9 ਮਹੀਨੇ 13 ਦਿਨ ਦਾ ਜੋ ਸਮਾਂ ਇਤਿਹਾਸਕਾਰ ਦੱਸਦੇ ਨੇ ਬਤੀਤ ਕੀਤਾ। ਵੱਖ-ਵੱਖ ਗੁਰਦੁਆਰੇ ਨੇ ਇੱਥੇ ਤੇ ਇੱਕ ਗੁਰਦੁਆਰਾ ਇਹ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ, ਬੇਬੇ ਨਾਨਕੀ ਦਾ ਘਰ ਜਿੱਥੇ ਉਹ ਭਾਈ ਸਾਹਿਬ ਭਾਈ ਜੈ ਰਾਮ ਜੀ ਦੇ ਨਾਲ ਆਪਣਾ ਗ੍ਰਹਿਸਤੀ ਜੀਵਨ ਬਤੀਤ ਕਰਦੇ ਸਨ। ਤੁਸੀਂ ਸਾਨੂੰ ਜਾਣਕਾਰੀ ਦਿਓ, ਤੁਸੀਂ ਇਸ ਬਾਰੇ ਕੁਝ ਇਤਿਹਾਸਕ ਤੱਥਾਂ ਤੋਂ ਜਾਣੂ ਹਾਂ ਤੇ ਆਪਣੀਆਂ ਜੋ ਨਿੱਜੀ ਤੁਹਾਡੀਆਂ ਭਾਵਨਾਵਾਂ ਸਾਨੂੰ ਉਹਦੇ ਬਾਰੇ ਦੱਸੋ। ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਸਭ ਸੰਸਾਰ ਦੇ ਚਰਨਾਂ ਦੇ ਸੀਸ ਰੱਖ ਕੇ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਗਰੀਬ ਨਵਾਜ ਪਿਤਾ ਜੀ ਨੇ ਸੱਚੇ ਪਾਤਸ਼ਾਹ ਜਿੱਥੇ ਜਾਇ ਬੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਸੱਚੇ ਪਾਤਸ਼ਾਹ ਨੇ ਇਸ ਸ਼ਹਿਰ ਪਵਿੱਤਰ ਸੁਲਤਾਨਪੁਰ ਦੇ ਵਿੱਚ ਆਪਣੇ ਪਾਵਨ ਪਵਿੱਤਰ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ। ਸਾ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਗੁਰੂ ਪਿਆਰੀ ਸਾਧ ਸੰਗਤ ਜੀ, ਲੱਖਾਂ ਹੀ ਸਾਧ ਸੰਗਤ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪਵਿੱਤਰ ਇਸ ਸਥਾਨ ਤੇ ਆ ਕੇ ਖੁਸ਼ੀਆਂ ਖੇੜੇ ਆਨੰਦ ਪ੍ਰਾਪਤ ਕਰ ਰਹੀਆਂ ਹਨ, ਨਾਮ ਦੀਆਂ ਝੋਲੀਆਂ ਭਰ ਭਰ ਕੇ ਲਿਜਾ ਰਹੀਆਂ ਹਨ। ਇਹ ਜੋ ਸੁਲਤਾਨਪੁਰ ਦੀ ਧਰਤੀ ਹੈ, ਇਸ ਦੀ ਜੋ ਚੱਪਾ ਚੱਪਾ ਗਲੀਆਂ ਔਰ ਮਹੱਲੇ ਔਰ ਜਿੱਥੇ ਸੱਚੇ ਪਾਤਸ਼ਾਹ ਨੇ ਬੇਅੰਤ ਬੰਦਗੀ ਕੀਤੀ ਹੈ, ਸੋ ਇਹਨੂੰ ਕੋਟਾਨ ਕੋਟਾਨ ਵਾਰੀ ਨਮਸਕਾਰ ਹੈ। ਸੋ ਸੱਚੇ ਪਾਤਸ਼ਾਹ ਨੇ ਇੱਥੇ ਹੀ ਨਾਮ ਜਪੋ ਵੰਡ ਛਕੋ ਅਤੇ ਸੱਚੇ ਪਾਤਸ਼ਾਹ ਨੇ ਇਹ ਨਾਰਾ ਲਗਾਇਆ ਨਾਮ ਜਪੋ ਵੰਡ ਛਕੋ ਅਤੇ ਸੋ ਸਤਿਗੁਰੂ ਜੀ ਨੇ ਆਪ ਅਪਾਰ ਬਖਸ਼ਿਸ਼ ਕਿਰਪਾ ਕੀਤੀ। ਸੋ ਸਾਡੇ ਕਲਯੁਗੀ ਜੀਵਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਜੋ ਸਥਾਨ ਬੇਬੇ ਨਾਨਕੀ ਦਾ ਘਰ, ਇਹ ਸਾਡਾ ਹੀ ਘਰ ਹੈ, ਇਹ ਗੁਰਸਿੱਖਾਂ ਦਾ ਹੀ ਘਰ ਹੈ। ਉਪਦੇਸ਼ ਚੋਂ ਵਰਨਾ ਕੋ ਸਾਂਝਾ। ਸੋ ਸਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪਾਂ ਨਸ਼ਿਆਂ ਤੋਂ ਮੁਕਤ ਹੋਈਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਧਰਮ ਦੀ ਕਿਰਤ ਕਰੀਏ, ਦਿਨ ਰਾਤ ਅੱਠੋਂ ਪੈਰ ਆਪਣਾ ਪਵਿੱਤਰ ਨਾਮ ਜਪਾਵੇ। ਸੱਚੇ ਪਾਤਸ਼ਾਹ ਜੀ ਨਾਮ ਜਪੀਏ ਔਰ ਜਪਾਈਏ। ਸੋ ਸਾਧ ਸੰਗਤ ਕਰੀਏ, ਗੁਰੂ ਦੇ ਨਾਲ ਬਾਣ ਆਵੇ, ਸਾਧ ਸੰਗਤ ਨਾਲ ਬਾਣ ਆਵੇ ਔਰ ਦਿਨ ਰਾਤ ਇਹੀ ਅਰਦਾਸ ਕਰੀਏ ਕਿ ਜਿੱਥੇ ਜਿੱਥੇ ਵੀ ਗੁਰੂ ਕਾ ਕੋਈ ਪਿਆਰਾ ਗੁਰੂ ਕਾ ਸਿੱਖ ਹੈ, ਇਹ ਸਭ ਨੂੰ ਗੁਰੂ ਸਾਹਿਬ ਨਾਮ ਦੀਆਂ ਸੀਸਾਂ ਬਖਸ਼ਣ, ਸਾਰੇ ਸੰਸਾਰ 'ਚ ਨਾਮ ਦੀ ਠੰਡ ਪੈਣ ਔਰ ਐਸੇ ਸਤਿਗੁਰੂ ਸੱਚੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਸੋ ਇਤਨਾ ਭਿਆਨਕ ਸਮਾਂ ਸੀ ਕਿ ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ। ਸੋ ਪਰਜਾ ਅੰਧੀ ਗਿਆਨ ਮਨ ਕੂੜ ਕੁਸਤ ਮੁਖੋਂ ਲਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਇਸ ਤਰ੍ਹਾਂ ਦਾ ਸਮਾਂ ਸੀ। ਸੋ ਸੱਚੇ ਪਾਤਸ਼ਾਹ ਨੇ ਪਹਿਲਾਂ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅੱਕ ਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ। ਸੱਚੇ ਪਾਤਸ਼ਾਹ ਨੇ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣਾਈ। ਬਾਬਾ ਦੇਖਿਆ ਧਿਆਨ ਕਰ ਜਲਤੀ ਸਭ ਪ੍ਰਿਥਵੀ ਦਿਸ ਆਈ। ਸੋ ਇਹ ਇਤਨਾ ਭਿਆਨਕ ਸਮਾਂ ਸੀ ਜਿੱਥੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਤਰਸ ਕੀਤਾ ਇਸ ਕਲਯੁਗੀ ਜੀਵਾਂ ਤੇ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਪ੍ਰਗਟਿਆ, ਜਿਉਂ ਕਰ ਸੂਰਜ ਨਿਕਲਿਆ ਅੰਧਾਰੇ ਛਪੇ।
ਸੋ ਅੰਧੇਰ ਪਲੋਆ, ਸੋ ਸੱਚੇ ਪਾਤਸ਼ਾਹ ਨੇ ਨਾਮ ਦਾ ਪ੍ਰਕਾਸ਼ ਕੀਤਾ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕੋਟਾਨ ਵਾਰੀ ਐਸੇ ਸਤਿਗੁਰੂ ਨੂੰ ਨਮਸਕਾਰ ਕਰੀਏ। ਸੋ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਸਭ ਸੰਸਾਰ ਦਾ ਭਲਾ ਕਰੀਏ, ਭਲਾ ਮੰਗੀਏ ਔਰ ਸਤਿਗੁਰੂ ਜੀ ਦਾ ਪਵਿੱਤਰ ਨਾਮ ਜਪੀਏ। ਇਹ ਬਾਰ-ਬਾਰ ਉਪਦੇਸ਼ ਕੀਤਾ ਹੈ ਸਾਧ ਸੰਗਤ ਜੀਓ। ਸਾਰੇ ਸੰਸਾਰ ਦੇ ਗੁਰਸਿੱਖਾਂ ਨੂੰ ਅਤੇ ਸਰਬੱਤ ਸਾਧ ਸੰਗਤ ਨੂੰ ਇਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਇਹਨਾਂ ਨੇ ਗੁਰਮਤਿ ਵਿਚਾਰਾਂ ਦਾ ਵਡਮੁੱਲਾ ਜੋ ਸਾਨੂੰ ਗਿਆਨ ਪ੍ਰਾਪਤ ਕੀਤਾ ਹੈ, ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।